ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਦਾ ਇਹ ਮੋਰਚਾ ਲੱਗਿਆ ਹੈ, ਇਹ ਹਰ ਇੱਕ ਉਸ ਬੰਦੇ ਦਾ ਮੋਰਚਾ ਹੈ ਜਿਨੇ ਦੋ ਟਾਈਮ ਦੋ ਫੁਲਕੇ ਜ਼ਰੂਰ ਛਕਣੇ ਨੇ। ਜਿਹੜਾ ਵੀ ਬੰਦਾ ਦੋ ਰੋਟੀਆਂ ਖਾਂਦਾ ਹੈ, ਜਿਹਦੇ ਘਰ ਵੀ ਚੁੱਲ੍ਹਾ ਬਲਦਾ ਪੰਜਾਬ ਦੇ ਵਿੱਚ, ਇਹ ਉਸ ਦਾ ਮੋਰਚਾ ਹੈ, ਸਿਰਫ ਕਿਸਾਨਾਂ ਦਾ ਮੋਰਚਾ ਨਹੀਂ ਹੈ। ਅੱਜ ਇਹ ਮੋਰਚਾ ਲੱਗਿਆ ਹੈ, ਅਸੀਂ ਇਸ ਦੇ ਸਬੰਧ ਵਿੱਚ ਸਾਰੇ ਹੀ ਸੰਘਰਸ਼ ਕਰ ਰਹੇ ਹਾਂ ਤੇ ਸਾਨੂੰ ਸੰਘਰਸ਼ਾਂ ਜਿਹੜੇ ਪਹਿਲੇ ਸੰਘਰਸ਼ ਹੋਏ ਨੇ ਉਹਨਾਂ ਤੋਂ ਵੀ ਸੇਧ ਲੈਣ ਦੀ ਲੋੜ ਹੈ। ਸਾਰੇ ਕਿਸਾਨੀ ਨਾਲ ਜੁੜੇ ਹੋਏ ਹਾਂ, ਇਹ ਮੋਰਚੇ ਪਹਿਲਾਂ ਵੀ ਲੱਗੇ ਨੇ। ਸਾਡੇ ਸਿੱਖ ਇਤਿਹਾਸ ਤੋਂ ਅਸੀਂ ਅਗਰ ਸੇਧ ਲਈਏ, ਤੁਸੀਂ ਹਰ ਗੌਰਮੈਂਟ ਦੇ ਉਸ ਹੁਕਮ ਦੀ ਜਿਹੜੀ ਉਹ ਜਬਰੀ ਥੋਪਣਾ ਚਾਹੁੰਦਾ ਤੁਹਾਡੇ ਤੇ, ਉਸ ਤੋਂ ਇਨਕਾਰੀ ਹੋਣਾ ਪਊਗਾ। ਉਹ ਕਹਿੰਦਾ ਸੀ ਤੁਹਾਡੀ ਫਸਲ ਦਾ ਮੁੱਲ ਨਹੀਂ ਦੇਣਾ। ਅਗਰ ਅਸੀਂ ਬਜਿੱਦ ਹੋ ਜਾਈਏ, ਅਗਰ ਅਸੀਂ ਫੈਸਲਾ ਕਰ ਲਈਏ ਕਿ ਅਸੀਂ ਤੈਨੂੰ ਫਸਲ ਦੇਣੀ ਹੀ ਨਹੀਂ, ਅਸੀਂ ਤੇਰੇ ਕਣਕ ਭੰਡਾਰਾਂ ਵਿੱਚ ਕਣਕ ਭਰਨੀ ਹੀ ਨਹੀਂ, ਇਸ ਦਾ ਸਾਨੂੰ ਥੋੜਾ ਚਿਰ ਤਾਂ ਔਖਾ ਹੋਊਗਾ। ਪਰ ਜੇਕਰ ਤੁਸੀਂ ਰਾ ਮਟੀਰੀਅਲ ਦੇਣ ਦੀ ਬਜਾਏ ਇਸ ਦਾ ਪ੍ਰੋਡਕਟ ਬਣਾ ਕੇ ਅਸੀਂ ਵੇਚਣਾ ਸ਼ੁਰੂ ਕਰੀਏ, ਅਸੀਂ ਕਣਕ ਵੇਚਦੇ ਹਾਂ ਤੇ ਉਸ ਤੋਂ ਦੁੱਗਣੇ ਭਾਅ ਤੇ ਦਾਣਾ ਫੱਕਾ ਖਰੀਦਦੇ ਹਾਂ। ਫਿਰ ਜੇ ਅਸੀਂ ਸਿੱਧਾ ਹੀ ਉਹ ਦਾਣਿਆਂ ਲਈ ਰੱਖ ਕੇ ਆਪਣੇ ਡੰਗਰਾਂ ਨੂੰ ਪਾ ਕੇ ਦੁੱਧ ਦਾ ਉਤਪਾਦਨ ਸ਼ੁਰੂ ਕਰੀਏ, ਅਸੀਂ ਪੋਲਟਰੀ ਸ਼ੁਰੂ ਕਰੀਏ, ਅਸੀਂ ਉਹੀ ਕਣਕ ਆਪਣੇ ਦਾਣੇ ਲਈ ਵਰਤੀਏ, ਪ੍ਰੋਡਕਟ ਵੇਚੀਏ, ਤਾਂ ਅਸੀਂ ਇਸ ਗੌਰਮੈਂਟ ਦਾ ਮੁਕਾਬਲਾ ਕਰ ਸਕਦੇ ਹਾਂ। ਬਾਕੀ ਇੱਕ ਸਿੱਖ ਕੌਮ ਦਾ ਸਿਸਟਮ ਹੈ ਜਿਸ ਨੂੰ ਅਸੀਂ ਸਿਲੈਕਸ਼ਨ ਸਿਸਟਮ ਕਹਿੰਦੇ ਹਾਂ, ਜਿਹੜਾ ਕਿ ਗੌਰਮੈਂਟ ਨੇ ਖਤਮ ਕੀਤਾ। ਅੱਜ ਅਸੀਂ ਇਲੈਕਸ਼ਨ ਸਿਸਟਮ ਦੇ ਵਿੱਚ ਆਏ ਹਾਂ, ਪਰ ਜੇ ਸਿੱਖ ਇਤਿਹਾਸ ਪੜ੍ਹੀਏ ਇੱਥੇ ਸਿਲੈਕਸ਼ਨ ਸਿਸਟਮ ਸੀ। ਅਸੀਂ ਬਹੁਤ ਸਿਆਣੇ ਵਿਅਕਤੀਆਂ ਦੇ ਹੱਥ ਵਾਗਡੋਰ ਦਿੰਦੇ ਸੀ ਆਪਣੀ ਸਿੱਖ ਕੌਮ ਦੀ। ਅਸੀਂ ਉਹਨਾਂ ਨੂੰ ਜਥੇਦਾਰ ਥਾਪਦੇ ਸੀ, ਜਿਸ ਨੂੰ ਅਸੀਂ ਪੰਚ ਪ੍ਰਧਾਨੀ ਕਹਿੰਦੇ ਹਾਂ। ਕਦੇ ਵੀ ਪਾਵਰ ਨੂੰ ਸੈਂਟਰਲਾਈਜ਼ ਨਾ ਕੀਤਾ ਜਾਵੇ। ਅਗਰ ਅਸੀਂ ਕੋਈ ਵੀ ਜੰਗ ਜਿੱਤਣੀ ਹੈ, ਅਸੀਂ ਮੋਰਚੇ ਲਾਉਣੇ ਨੇ। ਜੇ ਅਸੀਂ ਇੱਕ ਬੰਦੇ ਦੇ ਹੱਥ ਵਿੱਚ ਪਾਵਰ ਦੇ ਦਿੱਤੀ ਤਾਂ ਉਹ ਸਾਡਾ ਸੌਦਾ ਕਰਕੇ ਲੀਡਰ ਮੁੜ ਕੇ ਸਾਨੂੰ ਲੱਭਦਾ ਨਹੀਂ, ਉਹ ਸਾਨੂੰ ਮੂੰਹ ਹੀ ਨਹੀਂ ਵਿਖਾਉਂਦਾ। ਇਸ ਲਈ ਕਿਸੇ ਵੀ ਇੱਕ ਲੀਡਰ ਨੂੰ ਤੁਸੀਂ ਵਾਗਡੋਰ ਨਾ ਸੌਂਪ ਕੇ, ਅਗਰ ਅਸੀਂ ਪੰਜ ਪ੍ਰਧਾਨੀ ਸਿਸਟਮ ਰੱਖੀਏ, ਆਪਣੀ 11 ਮੈਂਬਰੀ ਕਮੇਟੀ ਜਾਂ 5 ਮੈਂਬਰੀ ਕਮੇਟੀ ਦੇ ਹੱਥ ਸਾਰੇ ਅਧਿਕਾਰ ਸੌਂਪੀਏ, ਤਾਂ ਕਿ ਸਾਡਾ ਸੰਘਰਸ਼ ਕਿਤੇ ਵੀ ਤਾਰੋ ਪੀਡੋ ਨਾ ਹੋਵੇ ਤੇ ਗੱਲਬਾਤ ਇਮਾਨਦਾਰੀ ਨਾਲ ਹੋ ਸਕੇ। ਸੰਘਰਸ਼ ਉਹੀ ਸਫਲ ਹੁੰਦੇ ਨੇ ਜਿਹੜੇ ਸ਼ਾਂਤਮਈ ਹੁੰਦੇ ਨੇ। ਇਸ ਸੰਘਰਸ਼ ਦੇ ਦੌਰਾਨ ਅਗਰ ਅਸੀਂ ਸ਼ਾਂਤਮਈ ਰਹਾਂਗੇ, ਸ਼ਾਂਤਮਈ ਰਹਿ ਕੇ ਸੰਘਰਸ਼ ਕਰਾਂਗੇ, ਅਸੀਂ ਬਹੁਤ ਕੁਝ ਪ੍ਰਾਪਤ ਕਰ ਲਾਂਗੇ। ਤੇ ਰਹੀ ਗੱਲ ਲੀਡਰਾਂ ਦੀ, ਕਈ ਵਾਰ
ਸਾਡੇ ਵਿੱਚ ਗੌਰਮੈਂਟ ਦੇ ਆਪਣੇ ਬੰਦੇ ਹੀ ਘੁਸਪੈਠ ਕਰ ਜਾਂਦੇ ਨੇ। ਅਸੀਂ ਉਹਨਾਂ ਨੂੰ ਪਛਾਣਾਂਗੇ ਕਿਵੇਂ? ਇਸ ਦਾ ਵੀ ਇਤਿਹਾਸ ਗਵਾਹ ਹੈ। ਅਸੀਂ ਇਤਿਹਾਸ ਤੋਂ ਸਬਕ ਲੈਂਦੇ ਹੋਏ ਕਹਿੰਦੇ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਇੱਕ ਸ਼ੇਰ ਵੇਖਿਆ ਗਿਆ। ਉਹ ਹਰੀਆਂ ਭਰੀਆਂ ਵਾਦੀਆਂ ਦੇ ਵਿੱਚ ਸ਼ੇਰ ਫਿਰਦਾ ਵੇਖਿਆ। ਇਲਾਕੇ ਵਿੱਚ ਰੌਲਾ ਪੈ ਗਿਆ ਤੇ ਸੰਗਤਾਂ ਉੱਥੋਂ ਆਲੇ ਦੁਆਲੇ ਦੇ ਲੋਕ ਡਰ ਦੇ ਨਾਲ ਗੁਰੂ ਸਾਹਿਬ ਕੋਲ ਆ ਕੇ ਬੇਨਤੀ ਕੀਤੀ ਵੀ ਗੁਰੂ ਸਾਹਿਬ ਇੱਕ ਸ਼ੇਰ ਫਿਰ ਰਿਹਾ ਇੱਥੇ, ਉਹਨੂੰ ਫੜਿਆ ਜਾਏ, ਉਹਦਾ ਸ਼ਿਕਾਰ ਕੀਤਾ ਜਾਏ। ਗੁਰੂ ਸਾਹਿਬ ਨੇ ਸਿੱਖਾਂ ਨੂੰ ਹੱਸ ਪਏ, ਕਿਉਂਕਿ ਗੁਰੂ ਸਾਹਿਬ ਨੇ ਤਾਂ ਸਬਕ ਦੇਣਾ ਸੀ ਸਿੱਖਾਂ ਨੂੰ। ਜਦੋਂ ਉਹ ਸ਼ੇਰ ਦੇ ਉੱਤੇ ਨਿਗਰਾਨੀ ਕਰਨ ਲਈ ਕਿਹਾ ਵੀ ਉਹ ਕਰਦਾ ਕੀ ਹੈ, ਉਸ ਨੇ ਕਿਸੇ ਦਾ ਨੁਕਸਾਨ ਕੀਤਾ ਅਜੇ? ਕਹਿੰਦੇ ਨਹੀਂ ਜੀ। ਕੋਈ ਮਾਰਿਆ? ਕਹਿੰਦੇ ਨਹੀਂ। ਕਹਿੰਦੇ ਬਸ ਉਹ ਅਸੀਂ ਫਿਰਦਾ ਦੇਖ ਰਹੇ ਹਾਂ। ਜਦੋਂ ਉਹ ਸ਼ੇਰ, ਗੁਰੂ ਸਾਹਿਬ ਨੇ ਕਿਹਾ ਐਵੇਂ ਜੰਗਲੀ ਜੀਵ ਹੈ, ਮਾਰਨਾ ਨਹੀਂ ਹੈ ਜੇ ਉਹ ਨੁਕਸਾਨ ਨਹੀਂ ਕਰਦਾ। ਅਖੀਰ ਤੇ ਉਹ ਸ਼ੇਰ ਤੇ ਨਿਗਰਾਨੀ ਰੱਖੀ। ਉਹ ਐਕਚੁਅਲ ਕੀ ਸੀ? ਗੁਰੂ ਸਾਹਿਬ ਨੇ ਨੱਥੂ ਘੁਮਾਰ ਦਾ ਇੱਕ ਗਧਾ ਫੜ ਕੇ ਉਸ ਨੂੰ ਸ਼ੇਰ ਦੀ ਖੱਲ ਪਵਾ ਕੇ ਉਹ ਇਲਾਕੇ ਵਿੱਚ ਛੱਡਤਾ ਸੀ, ਛੱਡਿਆ ਸੀ ਦੂਰ ਜੰਗਲ ਵਿੱਚ। ਉਹ ਹੌਲੀ ਹੌਲੀ ਹਰੀਆਂ ਚਰਦਾ ਚਰਦਾ ਸ਼ਹਿਰ ਦੇ ਨੇੜੇ ਆ ਗਿਆ। ਇੱਕ ਦਿਨ ਕੀ ਹੋਇਆ, ਉਧਰੋਂ ਨੱਥੂ ਘੁਮਾਰ ਦੇ ਗਧੇ ਜਦੋਂ ਹਿੰਗਣ ਲੱਗੇ, ਉਹ ਗਧੇ ਨੇ ਵੀ ਆਵਾਜ਼ ਸੁਣੀ, ਉਹਨੇ ਵੀ ਆਪਣੀ ਹਵਾਂਕ ਸ਼ੁਰੂ ਕਰਤੀ। ਉਧਰੋਂ ਉਹਨੇ ਸੁਰ ਨਾਲ ਸੁਰ ਮਿਲਾਣੀ ਸ਼ੁਰੂ ਕਰਤੀ। ਤੇ ਜਦੋਂ ਨਿਗਰਾਨੀ ਕਰਨ ਲਈ ਕਿਹਾ ਸੀ ਜਿਨ੍ਹਾਂ ਸਿੱਖਾਂ ਨੂੰ, ਉਹ ਬੜੇ ਹੈਰਾਨ ਹੋਏ ਵੀ ਇਹ ਸ਼ੇਰ ਤਾਂ ਗਧੇ ਦੀ ਆਵਾਜ਼ ਕੱਢਦਾ ਹੈ। ਗੁਰੂ ਸਾਹਿਬ ਕਹਿੰਦੇ ਇਹਨੂੰ ਫੜ ਕੇ ਲਿਆਓ। ਉਹ ਜਦੋਂ ਫੜਿਆ, ਸ਼ੇਰ ਦੀ ਖੱਲ ਉਤਾਰੀ, ਵਿੱਚੋਂ ਗਧਾ ਨਿਕਲਿਆ। ਕਹਿੰਦੇ ਵੀ ਇਹ ਕੀ ਹੈ? ਇਹ ਕਹਿੰਦੇ ਤੁਹਾਡੇ ਵਿੱਚ, ਇਹ ਸ਼ੇਰਾਂ ਦੀ ਕੌਮ ਦੇ ਵਿੱਚ ਗਧੇ ਵੀ ਰਲ ਜਾਣਗੇ। ਤੁਹਾਡੇ ਵਿੱਚ ਸਰਕਾਰਾਂ ਦੇ ਗਧੇ ਆ ਕੇ ਰਲ ਜਾਣਗੇ, ਪਰ ਕਹਿੰਦੇ ਪਛਾਣ ਕਿੱਥੋਂ ਹੋਊਗੀ ਵੀ ਇਹ ਸ਼ੇਰ ਹੈ ਕਿ ਗਧਾ ਹੈ? ਉਹ ਕਹਿੰਦੇ ਸ਼ੇਰ ਦੀ ਖੱਲ ਤਾਂ ਪਾਈ ਹੋਊਗੀ, ਪਰ ਉਹ ਬੋਲੀ ਨੱਥੂ ਘੁਮਾਰ ਦੇ ਗਧਿਆਂ ਵਾਲੀ ਹੀ ਬੋਲਣਗੇ। ਜਦੋਂ ਤੁਹਾਡਾ ਕੋਈ ਲੀਡਰ ਤੁਹਾਡੀ ਬੋਲੀ ਨਾ ਬੋਲ ਕੇ ਉਹੀ ਸਰਕਾਰ ਦੀ ਬੋਲੀ ਬੋਲੇ, ਤਾਂ ਇਹ ਸਮਝ ਲਿਓ ਵੀ ਨੱਥੂ ਘੁਮਾਰ ਦਾ ਗਧਾ ਵੈ, ਤੁਹਾਡੇ ਵਿੱਚ ਖੱਲ ਪਾ ਕੇ ਆਇਆ ਹੋਇਆ। ਇਤਿਹਾਸ ਤੋਂ ਸਬਕ ਲੈਣਾ। ਉਹੀ ਕੌਮਾਂ ਜਿਉਂਦੀਆਂ ਨੇ, ਉਹੀ ਸੰਘਰਸ਼ ਸਫਲ ਹੁੰਦੇ ਨੇ ਜਿਹੜੇ ਸੰਘਰਸ਼ ਆਪਣੀਆਂ ਊਣ ਤਾਈਆਂ ਨੂੰ ਸਮਝਦੇ ਨੇ ਤੇ ਉਹਨਾਂ ਨੂੰ ਦੂਰ ਕਰਦੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਪਤਨ ਦਾ ਇੱਕ ਕਾਰਨ ਇਤਿਹਾਸਕਾਰ ਇਹ ਵੀ ਦੱਸਦੇ ਨੇ ਕਿ ਜਿਨ੍ਹਾਂ ਸਤੰਭਾਂ ਦੇ ਉੱਤੇ, ਜਿਨ੍ਹਾਂ ਜਰਨੈਲਾਂ ਦੀ ਕਿਰਪਾ ਦੇ ਨਾਲ ਉਹ ਰਾਜ ਜਿਹੜਾ ਸੀ ਉਸਾਰਿਆ ਗਿਆ ਸੀ, ਉਹਨਾਂ ਜਰਨੈਲਾਂ ਨੂੰ ਇੱਕ ਪਾਸੇ ਕਰਕੇ ਰਾਜ ਸਤਾ ਜਿਹੜੀ ਸੀ, ਰਾਜ ਮਾਣਨ ਦਾ ਹੱਕ ਕਿਸੇ ਹੋਰ ਨੂੰ ਦੇ ਦਿੱਤਾ ਗਿਆ। ਕਿਉਂਕਿ ਸੰਘਰਸ਼ ਕਰਨ ਵਾਲੇ ਹਮੇਸ਼ਾ ਸ਼ਹੀਦ ਹੀ ਹੁੰਦੇ ਨੇ। ਸੰਘਰਸ਼ ਕਰਨ ਵਾਲੇ ਹਮੇਸ਼ਾ ਖੁਆਰ ਹੀ ਹੁੰਦੇ ਨੇ ਤੇ ਮਲਾਈ ਖਾਣ ਵਾਲੇ ਹੋਰ ਹੁੰਦੇ ਨੇ। ਉਹ ਜਦੋਂ ਫਲ ਲੱਗਦਾ, ਫਲ ਤੋੜਨ ਵਾਲੇ ਹੋਰ ਹੁੰਦੇ ਨੇ।
इस चीज़ का भी ख्याल रखना पऊगा ताकि ਜਿਹੜੇ ਉਸਰਈਏ ने ਜਿਹੜੇ संघर्ष लड़ रहे ने ਇਹਨਾਂ ਨੂੰ ਜਿਹੜੀ ਵਾਗਡੋਰ ਇਹਨਾਂ ਨੇ ਦੇਣੀ ਹੈ ਉਹ ਬਿਲਕੁਲ ਸੁਚੱਜੇ ਬੰਦਿਆਂ ਦੇ ਹੱਥ ਹੀ ਆਪਣੀ ਰੱਖਣ ਤਾਂ ਕਿ ਸੰਘਰਸ਼ ਜਿਹੜਾ ਕਾਮਯਾਬ ਹੋ ਸਕੇ। ਬਾਕੀ ਤੁਸੀਂ ਆਪ ਸਿਆਣੇ ਹੋ, ਸ਼ਾਂਤਮਈ ਰਹਿ ਕੇ ਸੰਘਰਸ਼ ਜਿਹੜਾ ਹੈ ਇਸ ਨੂੰ ਜਾਰੀ ਰੱਖੋ। ਗੁਰੂ ਸਾਹਿਬਾਂ ਨੇ ਹਰ ਇੱਕ ਉਸ ਦੀ ਜਦੋਂ ਕਿ सल्तनत कहती सी कि सिख पगड़ी नहीं बन्नूगा, सिख साहब गुरु साहब ने कहा सिख पगड़ी बन्नूगा, क्योंकि राज तो बिना कोई पग नहीं सी बन सकता, कोई घोड़े ते नहीं सी चढ़ सकता, कोई हथियार नहीं सी रख सकता। गुरु साहब ने सारिया शर्तां सिख नूं उल्टा के दित्तियां ते पूरा किया उन्होंने। जेकर असी उसका मुकाबला करना है गौरमेंट बहुत वड्डी है, शासन बहुत वड्डा हुंदा है। जे असी कहिए सीधी हथियारबंद जंग नहीं लड़ी जा सकती, पर शांतमई संघर्षां नाल गौरमेंट नूं नवाया जा सकता है। असी अगर क्योंकि जंग जिहड़ी है रोटियां दी है, चुल्हे दी है, ये कल्ली खेती दी जंग नहीं है। एक जिमीदार नूं सरों दा तेल घर दा है, कणक घर दी है, मक्की घर दी है, साडा बाजरा घर दा है, मिर्च घर दी, हल्दी घर दी, हर मसाला घर दा है साडा, देसी घ्यो घर दा है, गुड़ घर दा है साडा। साडे कोल की नहीं है, सिर्फ एक नमक लैण लई सानू शहर आउणा पैंदा, और 6 महीने दे विच एक गेड़ा भी असी शहर मार जाइए, मेरा ख्याल है कि उहदे नाल सर जांदा है। पर सानू 2 फसली चक्कर जिहड़ा दिता गया है कि तू सिर्फ 2 फसलां ही कर, बाकी सारा कुछ तू साडे तो लै, ये भी गलत है। सानू इस फसली चक्कर दे विचों निकल के सानू हर एक चीज़ अपनी तर्ज ते ही, अपने दिमाग नाल ही खेती करनी चाहिए है, क्योंकि खेती जिहड़ी है ये उत्तम है। खेती एक किरत है साडी, और वर्क कल्चर जिहड़ा साडे जिमीदारां विचों खत्म हो चुकिया है, इस नूं दोबारा अपनाउण दी लोड़ है। साडे जिहड़ी नौजवान पीढ़ी है ये काम करके राजी नहीं है। इन्हां नूं बेनती है कि हुण तुसीं काम करन लग जाओ, आप यह संभालो, जिथे एडे एडे मोर्चे ला रहे हो उत्थे तुसीं काम भी करो हत्थी। और कोई ऐसी गल नहीं है, कोई ऐसा संघर्ष नहीं जिहड़ा तुसीं जित ना सको। इन्हां कहंदे होया मैं फतेह बुलाना जी। वाहिगुरू जी का खालसा, वाहिगुरू जी की फतेह।